ਰਵਨਜੋਤ ਕੌਰ ਸਿੱਧੂ ਰਾਵੀ ਦੇ ਨਾਵਲ ਦਾਸਤਾਨ-ਏ ਔਰਤ ਸਬਰ ਦਾ ਅਗਲਾ ਭਾਗ 5। ਮੈਨੂੰ 12ਵੀਂ ਵਿੱਚ ਹੋਈ ਨੂੰ ਹਜੇ 3 ਕੁ ਮਹੀਨੇ ਮਸਾਂ ਹੋਏ ਸੀ। ਰੱਬ ਨੇ ਮੇਰੇ ਨਾਲ ਉਹ ਅਣਹੋਣੀ ਕੀਤੀ ਜਿਸ ਦਾ ਮੈਨੂੰ ਦੂਰ ਦੂਰ ਤੱਕ ਵੀ ਅੰਦਾਜ਼ਾ ਨਹੀਂ ਸੀ। ਮੈਂ ਘਰ ਦਾ ਕੰਮ ਕਰਕੇ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਕਿ ਇੰਨੇ ਨੂੰ ਮਾਂ ਧਾਰ ਕੱਢਦੀ ਕੱਢਦੀ ਘਰ ਆ ਗਈ ਅਤੇ ਕਹਿਣ ਲੱਗੀ, ਮੇਰਾ ਦਿਲ ਘਬਰਾ ਰਿਹਾ। ਮੈਂ ਮਾਂ ਨੂੰ ਪੀਣ ਲਈ ਪਾਣੀ ਦਿੱਤਾ। ਮਾਂ ਪਾਣੀ ਪੀਂਦੀ ਪੀਂਦੀ ਅਚਾਨਕ ਪਿੱਛੇ ਨੂੰ ਡਿੱਗ ਪਈ। ਕਾਕਾ ਭੱਜ ਕੇ ਪਿੰਡ ਦੇ ਡਾਕਟਰ ਨੂੰ ਬੁਲਾ ਲਿਆ। ਡਾਕਟਰ ਨੇ ਆ ਕੇ ਮਾਂ ਦੀ ਨਬਜ਼ ਚੈੱਕ ਕੀਤੀ ਅਤੇ ਕਹਿ ਦਿੱਤਾ ਕਿ ਇਹ ਹੁਣ ਇਸ ਦੁਨੀਆ 'ਤੇ ਨਹੀਂ ਰਹੀ। ਡਾਕਟਰ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਮੇਰੇ ਮੂੰਹੋਂ ਕੁਝ ਬੋਲਿਆ ਨਹੀਂ ਗਿਆ। ਮੈਂ ਤਾਂ ਇੱਕ ਪੱਥਰ ਦੀ ਤਰ੍ਹਾਂ ਹੋ ਗਈ। ਘਰ ਵਿੱਚ ਰੋਣ ਧੋਣ ਪੈ ਗਿਆ। ਕਾਕਾ ਵੀ ਮਾਂ ਦੇ ਗੱਲ ਲੱਗ ਲੱਗ ਰੋਵੇ। ਪਿੰਡ ਦੀਆਂ ਕੁਝ ਔਰਤਾਂ ਮੈਨੂੰ ਕਹਿਣ, ਕੁੜੀਏ ਨਹੀਂ ਕੁੜੀਏ, ਰੋ ਪੈ, ਰੋ ਕੇ ਦਿਲ ਦੀ ਭੜਾਸ ਕੱਢ ਲੈ ਕੁੜੀਏ। ਮੀਤ ਵੀ ਮੇਰੇ ਘਰ ਆ ਗਈ। ਮੀਤ ਵੀ ਮੈਨੂੰ ਰਵਾਉਣ ਦੀ ਬਹੁਤ ਕੋਸ਼ਿਸ਼ ਕਰਦੀ। ਮੇਰੇ ਨਾਨਾ ਨਾਨੀ ਵੀ ਦੁਪਹਿਰ ਤੱਕ ਆ ਗਏ। ਪਿੰਡ ਦੀਆਂ ਔਰਤਾਂ ਨੇ ਮਾਂ ਨੂੰ ਆਖਰੀ ਇਸ਼ਨਾਨ ਕਰਵਾਇਆ ਅਤੇ ਲਾਲ ਰੰਗ ਦਾ ਸੂਟ ਪਵਾ ਦਿੱਤਾ, ਜਿਹੜਾ ਸੂਟ ਮੇਰੇ ਨਾਨਕੇ ਲੈ ਕੇ ਆਏ ਸੀ। ਮਾਂ 'ਤੇ ਸੁਰਖੀ ਬਿੰਦੀ ਮਹਿੰਦੀ ਲਗਾਈ, ਬਾਹਾਂ ਵਿੱਚ ਚੂੜੀਆਂ ਪਾਈਆਂ। ਜਿਵੇਂ ਸੱਜਰੀ ਵਿਆਹੀ ਨੂੰ ਤਿਆਰ ਕੀਤਾ ਜਾਂਦਾ, ਉਸੇ ਤਰ੍ਹਾਂ ਮਾਂ ਨੂੰ ਤਿਆਰ ਕੀਤਾ ਗਿਆ। ਮਾਂ ਚੁੱਪ ਸ਼ਾਂਤ ਅੱਖਾਂ ਬੰਦ ਕਰੀ ਪਈ ਹੋਈ ਸੀ। ਮੈਂ ਮਾਂ ਕੋਲ ਗਈ ਅਤੇ ਮਾਂ ਨੂੰ ਉਸ ਤਰ੍ਹਾਂ ਪਈ ਤਾਹਾਂ ਨਿਕਲ ਗਈਆਂ। ਮੇਰੀ ਮਾਂ ਬਹੁਤ ਹੀ ਸੋਹਣੀ ਲੱਗਦੀ ਸੀ। ਮੇਰੀ ਮਾਂ ਤੋਂ ਅੱਖਾਂ ਹਟਦੀਆਂ ਹੀ ਨਹੀਂ ਸੀ। ਮਾਂ ਮੈਨੂੰ ਕਿਉਂ ਇਕੱਲੀ ਛੱਡ ਗਈ? ਤੈਨੂੰ ਪਤਾ ਮੇਰਾ ਕੋਈ ਨਹੀਂ ਤੇਰੇ ਬਿਨਾਂ। ਮਾਂ ਉੱਠ ਜਾ, ਮੇਰੇ ਕਾਰਨ ਹੀ ਉੱਠ ਜਾ, ਅਜੇ ਤੇਰੇ ਜਾਣ ਦਾ ਸਮਾਂ ਨਹੀਂ ਆਇਆ। ਮਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਪਰ ਮਾਂ ਨੇ ਮੇਰੀ ਇੱਕ ਨਾ ਸੁਣੀ। ਅੱਜ ਤਾਂ ਮਾਂ ਨੂੰ ਮੇਰੇ 'ਤੇ ਤਰਸ ਨਹੀਂ ਆਇਆ। ਮੇਰੇ ਰੋਣ ਦਾ ਮਾਂ 'ਤੇ ਕੋਈ ਫਰਕ ਨਹੀਂ ਪਿਆ। ਉਹ ਮਾਂ 'ਤੇ ਬੇਫਿਕਰ ਹੋ ਕੇ ਪਈ ਰਹੀ। ਮਾਂ ਤੂੰ ਕਿਉਂ ਇੰਨੀ ਨਿਰਦਈ ਹੋ ਗਈ ਹੈ? ਕਿਉਂ ਨਹੀਂ ਮੇਰੀ ਗੱਲ ਸੁਣਦੀ? ਮਾਂ ਉੱਠ ਜਾ, ਮਾਂ ਹੁਣ ਬਹੁਤ ਸੌਂ ਲਿਆ। ਮੈਂ ਵਿਲਕਦੀ ਰਹੀ ਅਤੇ ਮਾਂ ਦੇ ਕੋਲ ਬੈਠੀ ਰਹੀ। ਫਿਰ ਕੁਝ ਪਿੰਡ ਦੀਆਂ ਕੁੜੀਆਂ ਨੇ ਮੈਨੂੰ ਉਠਾਇਆ। ਮਾਂ ਨੂੰ ਅੰਤਮ ਸੰਸਕਾਰ ਲਈ ਲੈ ਕੇ ਚੱਲ ਪਏ। ਮੈਂ ਮਾਂ ਨੂੰ ਜਾਣ ਨਹੀਂ ਦੇ ਰਹੀ ਸੀ। ਮੈਨੂੰ ਮੀਤ ਅਤੇ ਨਾਨੀ ਨੇ ਫੜ ਲਿਆ ਅਤੇ ਘੁੱਟ ਕੇ ਜੱਫੀ ਪਾ ਲਈ। ਮਾਂ ਦਾ ਸੰਸਕਾਰ ਕਰਕੇ ਸਭ ਆਪਣੇ ਆਪਣੇ ਘਰੇ ਚਲੇ ਗਏ। ਨਾਨੀ ਕੋਲ ਹੀ ਰਹਿ ਗਈ। ਤੀਜੇ ਦਿਨ ਮਾਂ ਦੇ ਫੁੱਲ ਚੁੱਕ ਕੇ ਕੀਰਤਪੁਰ ਸਾਹਿਬ ਪਾ ਆਏ। ਮੈਨੂੰ ਮਾਂ ਦੇ ਫੁੱਲ ਪਾਉਣ ਵੀ ਨਹੀਂ ਲਿਜਾਇਆ ਗਿਆ। ਉਸ ਦਿਨ ਘਰ ਵਿੱਚ ਸਹਿਜ ਪਾਠ ਰੱਖ ਦਿੱਤਾ। 7 ਦਿਨ ਬਾਅਦ ਮਾਂ ਦੀ ਅੰਤਮ ਅਰਦਾਸ ਕੀਤੀ ਗਈ। ਅੰਤਮ ਅਰਦਾਸ ਤੋਂ ਬਾਅਦ ਨਾਨੀ ਵੀ ਆਪਣੇ ਘਰੇ ਚਲੀ ਗਈ। ਮੈਂ ਹੁਣ ਇਕੱਲੀ ਰਹਿ ਗਈ। ਮੈਂ ਆਪਣੇ ਕਮਰੇ ਵਿੱਚ ਬੈਠ ਕੇ ਮਾਂ ਨੂੰ ਯਾਦ ਕਰਕੇ ਰੋ ਰਹੀ ਸੀ ਕਿ ਦਾਦੀ ਮੇਰੇ ਕਮਰੇ ਵਿੱਚ ਆਈ ਅਤੇ ਮੇਰੇ ਵਾਲ ਫੜ ਕੇ ਕਮਰੇ ਤੋਂ ਬਾਹਰ ਲੈ ਆਈ। ਮਰਿਆ ਨਾਲ ਮਰਿਆ ਨਹੀਂ ਜਾਂਦਾ। ਤੇਰੀ ਮਾਂ ਤਾਂ ਮਰ ਗਈ, ਤੈਨੂੰ ਸਾਡੇ ਸਿਰ 'ਤੇ ਛੱਡ ਗਈ। ਉੱਠ ਘਰ ਦਾ ਕੰਮ ਕਰ, ਇੰਨਾ ਖਲਾਰਾ ਪਿਆ, ਮੁੰਡੇ ਨੂੰ ਭੁੱਖ ਲੱਗੀ ਹੋਈ ਹੈ। ਰੋਟੀ ਬਣਾ ਲੈ ਜਲਦੀ, ਹੁਣ ਰੋਣਾ ਧੋਣਾ ਛੱਡ ਦੇ। ਹੁਣ ਤਾਂ ਮੇਰੇ ਹਾਲਾਤ ਬਹੁਤ ਮਾੜੇ ਹੋ ਗਏ। ਸਵੇਰੇ ਤੜਕੇ ਉੱਠ ਕੇ ਘਰ ਦਾ ਸਾਰਾ ਕੰਮ ਕਰਦੀ, ਕਾਕੇ ਨੂੰ ਸਕੂਲ ਜਾਣ ਲਈ ਤਿਆਰ ਕਰਦੀ, ਡੰਗਰਾਂ ਦਾ ਕੰਮ ਕਰਦੀ। ਦਾਦੀ ਤਾਂ ਮੰਜੇ 'ਤੇ ਬੈਠੀ ਹੁਕਮ ਹੀ ਚਲਾਉਂਦੀ ਸੀ। ਮੇਰਾ ਹਾਲ ਤਾਂ ਮਦਾਰੀ ਦੇ ਉਸ ਬਾਂਦਰ ਜਿਹਾ ਹੋ ਗਿਆ ਜੋ ਮਦਾਰੀ ਦੇ ਇਸ਼ਾਰੇ 'ਤੇ ਚੱਲਦਾ ਹੋਵੇ। ਸਾਰਾ ਕੰਮ ਕਰਕੇ ਸਕੂਲ ਜਾਂਦੀ ਅਤੇ ਸਕੂਲ ਤੋਂ ਆ ਕੇ ਫਿਰ ਸਾਰਾ ਕੰਮ ਕਰਦੀ। ਕਈ ਵਾਰ ਘਰ ਦੇ ਕੰਮਾਂ ਕਰਕੇ ਮੈਂ ਸਕੂਲ ਜਾਣ ਨੂੰ ਲੇਟ ਹੋ ਜਾਂਦੀ ਅਤੇ ਕਈ ਵਾਰ ਛੁੱਟੀ ਵੀ ਹੋ ਜਾਂਦੀ, ਪਰ ਮੀਤ ਮੈਨੂੰ ਪੜ੍ਹਾਈ ਵਿੱਚ ਮਦਦ ਕਰਵਾ ਦਿੰਦੀ। ਮੇਰੀ ਔਖੀ ਸੌਖੀ ਪੜ੍ਹਾਈ ਅਤੇ ਘਰ ਦੇ ਕੰਮਾਂ ਵਿੱਚ ਜ਼ਿੰਦਗੀ ਚੱਲ ਹੀ ਰਹੀ ਸੀ ਕਿ ਪਿੰਡ ਦੀ ਇੱਕ ਕੁੜੀ ਨਿੰਮੋ, ਜੋ ਕਿ ਸ਼ਹਿਰ ਕਾਲਜ ਵਿੱਚ ਪੜ੍ਹਦੀ ਸੀ, ਇਹ ਕਿਸੇ ਮੁੰਡੇ ਨਾਲ ਭੱਜ ਗਈ। ਲਵ ਮੈਰਿਜ ਕਰਵਾ ਲਈ। ਇਹ ਗੱਲ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਇਹ ਗੱਲ ਮੇਰੀ ਦਾਦੀ ਦੇ ਕੰਨਾਂ ਵਿੱਚ ਵੀ ਪੈ ਗਈ। ਦਾਦੀ ਨੇ ਮੈਨੂੰ ਕਿਹਾ, ਕੁੜੀਏ ਹੁਣ ਤੇਰਾ ਸਕੂਲ ਜਾਣਾ ਬੰਦ। ਜੇ ਤੂੰ ਵੀ ਸਕੂਲ ਜਾਂਦੀ ਰਹੀ, ਤੂੰ ਵੀ ਇੱਦਾਂ ਹੀ ਚੰਦ ਚੜ੍ਹਾਏਂਗੀ। ਚੁੱਪ ਕਰਕੇ ਘਰ ਰਹਿ, ਕਿਤੇ ਜਾਣ ਦੀ ਲੋੜ ਨਹੀਂ। ਜਿੰਨਾ ਪੜ੍ਹਨਾ ਸੀ ਪੜ੍ਹ ਲਿਆ। ਮੈਂ ਦਾਦੀ ਦੀਆਂ ਬਹੁਤ ਮਿੰਨਤਾਂ ਕੀਤੀਆਂ। ਦਾਦੀ ਤੈਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੂ। 3 ਮਹੀਨੇ ਹੀ ਰਹਿ ਗਏ, ਬਸ ਹੁਣ ਫਿਰ ਮੇਰੀ 12ਵੀਂ ਹੋ ਜਾਣੀ ਹੈ। ਪਰ ਦਾਦੀ ਮੇਰੀ ਕਿੱਥੋਂ ਸੁਣਨ ਵਾਲੀ ਸੀ। ਦਾਦੀ ਨੇ ਮੇਰੇ ਪਾਪੇ ਨੂੰ ਦੱਸ ਦਿੱਤਾ। ਪਾਪਾ ਵੀ ਮੇਰੇ ਸਿਰ 'ਤੇ ਚੜ੍ਹੀ ਜਾਵੇ। ਇਹ ਦੇਖ ਕੇ ਮੇਰਾ ਦਾਦਾ, ਜੋ ਕਿ ਕਦੇ ਬੋਲਿਆ ਹੀ ਨਹੀਂ ਸੀ, ਜਦੋਂ ਦੀ ਮੈਂ ਸੁਰਤ ਸੰਭਾਲੀ ਸੀ, ਉਸ ਸਮੇਂ ਤੋਂ ਮੈਂ ਦਾਦੇ ਨੂੰ ਖੇਤਾਂ ਵਿੱਚ ਹੀ ਦੇਖਿਆ। 2 ਵੇਲੇ ਆਉਂਦਾ, ਰੋਟੀ ਖਾਂਦਾ ਅਤੇ ਫਿਰ ਖੇਤਾਂ ਵਿੱਚ ਚਲੇ ਜਾਂਦਾ। ਅੱਜ ਪਤਾ ਨਹੀਂ ਮੇਰੇ ਦਾਦੇ ਹਿੰਮਤ ਸਿਆਂ ਵਿੱਚ ਕਿੱਥੋਂ ਹਿੰਮਤ ਆ ਗਈ। ਦਾਦਾ ਉੱਚੀ ਆਵਾਜ਼ ਵਿੱਚ ਬੋਲਿਆ, ਐਜ ਕਰੇ ਚੁੱਪ ਕਰ ਜਾ, ਕਿਉਂ ਨਿਮਾਣੀ ਕੁੜੀ ਨੂੰ ਬੋਲੀ ਜਾਂਦੀ ਹੈ? ਕੁੜੀ ਸਕੂਲ ਜਾਊ,
ਮੈਂ ਲੈ ਜਾਊਂ ਕੁੜੀ ਨੂੰ ਸਕੂਲ ਤੇ ਦੇਖਦਾ ਮੈਨੂੰ ਕੌਣ ਰੋਕਦਾ। ਰੋਟੀ ਖਾ ਕੇ ਦਾਦਾ ਖੇਤਾਂ ਨੂੰ ਜਾਣ ਲੱਗਿਆ। ਮੇਰੇ ਸਿਰ ਤੇ ਪਿਆਰ ਨਾਲ ਹੱਥ ਰੱਖ ਕੇ ਕਹਿੰਦਾ, ਕੁੜੀਏ ਮੈਂ ਕੱਲ੍ਹ ਤੋਂ ਤੈਨੂੰ ਸਕੂਲ ਲੈ ਕੇ ਜਾਇਆ ਕਰੂੰ। ਰਾਤ ਨੂੰ ਸਾਰਾ ਕੰਮ ਕਰਕੇ ਮੈਂ ਆਪਣੇ ਕਮਰੇ ਵਿੱਚ ਆ ਕੇ ਮਾਂ ਨੂੰ ਬਹੁਤ ਯਾਦ ਕਰਕੇ ਰੋਈ, ਪਰ ਮਾਂ ਤੇ ਮੈਨੂੰ ਛੱਡ ਕੇ ਚਲੀ ਗਈ। ਅਗਲੇ ਦਿਨ ਤੋਂ ਦਾਦਾ ਮੈਨੂੰ ਤੇ ਮੀਤ ਨੂੰ ਸਕੂਲ ਛੱਡ ਕੇ ਲੈ ਕੇ ਆਉਂਦਾ। ਦਾਦਾ ਮੇਰਾ ਸਾਥ ਦਿੰਦਾ ਕਰਕੇ ਦਾਦੀ ਮੈਨੂੰ ਹੋਰ ਵੀ ਤੰਗ ਕਰਨ ਲੱਗ ਪਈ, ਪਰ ਮੈਂ ਸਭ ਕੁਝ ਸਹਿੰਦੀ ਰਹੀ। ਹੁਣ ਤਾਂ ਮੇਰੇ 12ਵੀਂ ਦੇ ਪੇਪਰ ਵੀ ਹੋ ਗਏ, ਨਤੀਜਾ ਵੀ ਕੁਝ ਮਹੀਨੇ ਤੱਕ ਆ ਗਿਆ। ਮੈਂ 12ਵੀਂ ਸਕੂਲ ਵਿੱਚੋਂ ਚੌਥੇ ਸਥਾਨ 'ਤੇ ਪਾਸ ਹੋਈ। ਮਾਂ ਦੇ ਜਾਣ ਤੋਂ ਬਾਅਦ ਘਰ ਦੇ ਕੰਮ ਕਰਨ ਕਰਕੇ ਮੇਰਾ ਬਹੁਤਾ ਧਿਆਨ ਪੜ੍ਹਾਈ ਵਿੱਚ ਨਹੀਂ ਸੀ ਲੱਗ ਰਿਹਾ, ਪਰ ਫਿਰ ਵੀ ਚੌਥਾ ਸਥਾਨ ਪ੍ਰਾਪਤ ਹੋਣਾ ਵੀ ਮੇਰੇ ਲਈ ਬਹੁਤ ਵੱਡੀ ਗੱਲ ਸੀ। ਹੁਣ ਤਾਂ 12ਵੀਂ ਤੋਂ ਬਾਅਦ ਮੇਰੀ ਜ਼ਿੰਦਗੀ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਹੀ ਰਹਿ ਗਈ। ਕਾਲਜ ਪੜ੍ਹਨ ਦਾ ਸੁਪਨਾ ਮੇਰਾ ਕਦੇ ਪੂਰਾ ਨਹੀਂ ਹੋ ਸਕਦਾ ਸੀ। ਇਹ ਗੱਲ ਮੇਰੇ ਨਾਲ ਨਹੀਂ, ਅਕਸਰ ਬਹੁਤ ਸਾਰੀਆਂ ਕੁੜੀਆਂ ਨਾਲ ਹੋਈ ਤੇ ਹੁੰਦੀ ਰਹੀ ਹੈ ਤੇ ਹੁੰਦੀ ਰਹਿਣੀ ਹੈ, ਜਿਨ੍ਹਾਂ ਦੇ ਸੁਪਨੇ ਹੀ ਬਣ ਕੇ ਰਹਿ ਗਏ। ਕਦੇ ਘਰਦਿਆਂ ਦੇ ਕਾਰਨ, ਕਦੇ ਹਾਲਾਤਾਂ ਦੇ ਕਾਰਨ ਸੁਪਨੇ ਪੂਰੇ ਨਹੀਂ ਹੋਏ। ਮੇਰੇ ਸੁਪਨਿਆਂ ਦੇ ਰਾਹ ਵਿੱਚ ਘਰ ਦੇ ਤੇ ਹਾਲਾਤ ਦੋਵੇਂ ਖੜੇ ਸੀ। ਮੇਰੀ ਜ਼ਿੰਦਗੀ ਹੁਣ ਘਰ ਵਿੱਚ ਕੈਦ ਹੋ ਗਈ ਸੀ। ਮੀਤ ਕਦੇ ਕਦੇ ਮੇਰੇ ਕੋਲ ਆ ਜਾਂਦੀ, ਉਹ ਵੀ ਦਾਦੀ ਨੂੰ ਚੰਗੀ ਨਹੀਂ ਲੱਗਦੀ ਸੀ। ਦਾਦੀ ਕੁਝ ਨਾ ਕੁਝ ਮੀਤ ਨੂੰ ਲਾ ਲਾ ਕੇ ਬੋਲਦੀ ਰਹਿੰਦੀ। ਮੀਤ ਪਰ ਕਦੇ ਗੁੱਸਾ ਨਾ ਕਰਦੀ, ਹੱਸਦੀ ਹੀ ਰਹਿੰਦੀ। ਉਸ ਨੂੰ ਦੇਖ ਕੇ ਮੇਰਾ ਦਿਲ ਵੀ ਕੁਝ ਕੁ ਸਮਾਂ ਖੁਸ਼ ਹੋ ਜਾਂਦਾ। ਮੈਂ ਘਰ ਦਾ ਸਾਰਾ ਕੰਮ ਕਰਦੀ, ਫਿਰ ਵੀ ਦਾਦੀ ਦੀਆਂ ਖਰੀਆਂ ਖੋਟੀਆਂ ਸੁਣਦੀ ਰਹਿੰਦੀ। ਕਦੇ ਤਾਂ ਛੋਟੀ ਛੋਟੀ ਗਲਤੀ ਉੱਤੇ ਮੈਨੂੰ ਕੁੱਟ ਦਿੰਦੀ। ਇੱਕ ਦਿਨ ਮੇਰੇ ਕੋਲ ਦਾਲ ਵਿੱਚ ਲੂਣ ਥੋੜ੍ਹਾ ਜਿਹਾ ਜ਼ਿਆਦਾ ਪੈ ਗਿਆ ਤਾਂ ਦਾਦੀ ਨੇ ਮੇਰੇ ਵਾਲੀ ਦਾਲ ਦੀ ਕੌਲੀ ਵਿੱਚ 2 ਚਮਚ ਹੋਰ ਲੂਣ ਪਾ ਕੇ ਮੈਨੂੰ ਖਵਾਈ। ਕਦੇ ਕਦੇ ਤਾਂ ਮੈਨੂੰ ਰੋਟੀ ਵੀ ਖਾਣ ਨਾ ਦਿੰਦੀ। ਜਦੋਂ ਵੀ ਮੈਂ ਰੋਟੀ ਖਾਣ ਲੱਗਦੀ, ਦਾਦੀ ਬੋਲਣ ਲੱਗ ਪੈਂਦੀ, ਰੋਟੀ ਉੱਥੇ ਦੀ ਉੱਥੇ ਰਹਿ ਜਾਂਦੀ। ਕਈ ਵਾਰ ਕਾਕਾ ਵੀ ਇੰਨਾ ਨਖਰੇ ਮਾਰਦਾ, ਇਹ ਖਾਣਾ ਨਹੀਂ ਖਾਣਾ, ਉਹ ਨਹੀਂ ਖਾਣਾ, ਇਹ ਸਵਾਦ ਨਹੀਂ ਹੈ, ਹੋਰ ਬਣਾ ਦਿਓ। ਜੇ ਕਿਤੇ ਮੈਂ ਕਾਕੇ ਨੂੰ ਜਵਾਬ ਦੇ ਦੇਵਾਂ ਤਾਂ ਸਾਰਾ ਟੱਬਰ ਮੇਰੇ ਮਗਰ ਪੈ ਜਾਂਦਾ। ਕਾਕਾ ਨਿੱਤ ਆਪਣੇ ਦੋਸਤਾਂ ਨਾਲ ਆਉਂਦਾ ਤੇ ਘਰ ਆ ਕੇ ਨਿੱਤ ਨਵੀਂ ਚੀਜ਼ ਦੀ ਸਿਫਾਰਿਸ਼ ਕਰ ਦਿੰਦਾ। ਮੈਂ ਕਾਕੇ ਨੂੰ ਕਾਕਾ ਹੀ ਕਹਿੰਦੀ। ਕਾਕਾ ਮੇਰੇ ਨਾਲ ਲੜਾਈ ਕਰਦਾ, ਦੀਦੀ ਮੇਰਾ ਨਾਮ ਯੁਗਰਾਜ ਸਿੰਘ, ਕਾਕਾ ਨਾ ਕਹੋ ਮੈਨੂੰ, ਮੈਂ ਵੱਡਾ ਹੋ ਗਿਆ। ਮੈਂ ਕਾਕੇ ਨੂੰ ਕਹਿੰਦੀ, ਤੂੰ ਜਿੰਨਾ ਮਰਜ਼ੀ ਵੱਡਾ ਹੋ ਜਾ, ਮੈਂ ਤਾਂ ਕਾਕਾ ਹੀ ਕਹਿਣਾ, ਚਾਹੇ ਤੂੰ ਮੇਰੇ ਨਾਲ ਲੜਾਈ ਕਰ ਚਾਹੇ ਨਾ ਕਰ, ਪਰ ਮੈਂ ਕਾਕਾ ਹੀ ਕਹੂੰ। ਮੀਤ ਦਾ ਵੀ ਵਿਆਹ ਹੋ ਗਿਆ। ਹੁਣ ਤਾਂ ਮੈਂ ਬਿਲਕੁਲ ਇਕੱਲੀ ਜੀ ਹੋ ਗਈ। ਪਿੰਡ ਵਾਲੇ ਵੀ ਦਾਦੀ ਕੋਲ ਮੇਰੇ ਵਿਆਹ ਦੀਆਂ ਗੱਲਾਂ ਕਰਨ ਲੱਗ ਪਏ। ਕੁੜੀਆਂ ਦਾ ਸਮੇਂ ਰਹਿੰਦੇ ਹੀ ਵਿਆਹ ਕਰ ਦੇਣਾ ਚਾਹੀਦਾ ਹੈ, ਬਾਅਦ ਵਿੱਚ ਪਛਤਾਵਾ ਕਰਨਾ ਪੈਂਦਾ। ਨਾਲੇ ਵਿਆਹ ਤੋਂ ਬਿਨਾਂ ਔਰਤ ਅਧੂਰੀ ਰਹਿੰਦੀ ਹੈ। ਕਈ ਤਾਂ ਮੇਰੇ ਲਈ ਰਿਸ਼ਤਾ ਵੀ ਲੈ ਕੇ ਆਉਂਦੇ, ਪਰ ਦਾਦੀ ਦਾਜ ਦਾ ਸੁਣ ਕੇ ਜਵਾਬ ਦੇ ਦਿੰਦੀ। ਇਸ ਤਰ੍ਹਾਂ 2 ਸਾਲ ਬੀਤ ਗਏ। ਫਿਰ ਦਾਦੀ ਦੇ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤਾ ਲੈ ਕੇ ਆਏ। ਉਹਨਾਂ ਨੇ ਕੋਈ ਮੰਗ ਨਹੀਂ ਰੱਖੀ, ਕਹਿੰਦੇ ਕੁੜੀ ਘਰ ਸੰਭਾਲਣ ਵਾਲੀ ਹੋਵੇ। ਦਾਦੀ ਨੇ ਮੇਰੇ ਤੋਂ ਬਿਨਾਂ ਪੁੱਛੇ ਹੀ ਰਿਸ਼ਤੇ ਲਈ ਹਾਂ ਕਰ ਦਿੱਤੀ। ਕੁਝ ਕੁ ਦਿਨਾਂ ਬਾਅਦ ਮੁੰਡਾ ਤੇ ਉਸ ਦੀ ਮਾਂ ਵਿਚੋਲੇ ਨਾਲ ਸਾਡੇ ਘਰੇ ਆ ਗਏ। ਮੁੰਡੇ ਵੱਲ ਕੇਵਲ ਮੁੰਡਾ ਤੇ ਉਸ ਦੀ ਮਾਂ ਹੀ ਸੀ। ਮੁੰਡੇ ਦਾ ਪਿਓ ਮਰ ਚੁੱਕਿਆ ਸੀ। ਮੁੰਡੇ ਦੀ ਮਾਂ ਮੇਰੇ ਕਮਰੇ ਵਿੱਚ ਆਈ, ਕਹਿੰਦੀ, ਕੁੜੀਏ ਤੇਰਾ ਨਾਮ ਕੀ ਹੈ? ਮੈਂ ਕਿਹਾ, ਸਬਰ ਕੌਰ। ਫਿਰ ਮੈਨੂੰ ਕਹਿੰਦੀ, ਚੱਲ ਕੇ ਦਿਖਾ, ਬੋਲ ਕੇ ਵਿਖਾ। ਮੁੰਡੇ ਦੀ ਮਾਂ ਮੈਨੂੰ ਉੱਪਰ ਤੋਂ ਲੈ ਥੱਲੇ ਤੱਕ ਤਾੜਦੀ ਰਹੀ ਸੀ। ਮੈਨੂੰ ਬਹੁਤ ਅਜੀਬ ਜਿਹਾ ਲੱਗਿਆ, ਪਰ ਮੈਂ ਕਰ ਕੀ ਸਕਦੀ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਡੰਗਰਾਂ ਦਾ ਵਪਾਰੀ ਕਿਸੇ ਡੰਗਰ ਨੂੰ ਬਿਨਾਂ ਵਜੋਂ ਖਰੀਦਣ ਆਇਆ ਹੋਵੇ। ਚਲੋ ਮੁੰਡੇ ਦੀ ਮਾਂ ਨੂੰ ਮੈਂ ਪਸੰਦ ਆ ਗਈ ਤੇ ਮੁੰਡੇ ਵਾਲੇ ਮੈਨੂੰ ਸ਼ਗਨ ਪਾ ਗਏ ਤੇ ਵਿਸਾਖ ਮਹੀਨੇ ਦੀ 7 ਤਰੀਕ ਵਿਆਹ ਲਈ ਰੱਖ ਗਏ। ਮੈਨੂੰ ਵਿਆਹ ਦੇ ਨਾਲੋਂ ਇਸ ਗੱਲ ਦਾ ਚਾਅ ਸੀ, ਜਿਸ ਪਿੰਡ ਮੇਰਾ ਵਿਆਹ ਹੋਣਾ ਸੀ ਉਸ ਪਿੰਡ ਮੇਰੀ ਸਹੇਲੀ ਮੀਤ ਵਿਆਹੀ ਹੋਈ ਸੀ। ਮੇਰਾ ਵਿਆਹ ਨਵਾਂ ਸ਼ਹਿਰ ਕੋਲ ਜਾੜਲੇ ਪਿੰਡ ਵਿੱਚ ਹੋਣਾ ਸੀ। ਮੀਤ ਵੀ ਉੱਥੇ ਵਿਆਹੀ ਸੀ। ਮੇਰੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਮੇਰੇ ਨਾਨਕਿਆਂ ਨੂੰ ਵੀ ਮੇਰੇ ਵਿਆਹ ਦੀ ਖਬਰ ਭੇਜ ਦਿੱਤੀ ਗਈ। ਨਾਨਕੇ ਵੀ ਵਿਆਹ ਤੋਂ 2 ਦਿਨ ਪਹਿਲਾਂ ਹੀ ਆ ਗਏ। ਮੇਰੇ ਵਿਆਹ ਦੀਆਂ ਸਾਰੀਆਂ ਰਸਮਾਂ ਮੇਰੀ ਮਾਮੀ ਕਰਦੀ। ਮੈਨੂੰ ਮੇਰੀ ਮਾਂ ਦੀ ਬਹੁਤ ਯਾਦ ਆਉਂਦੀ, ਮੇਰੀ ਅੱਖ ਭਰ ਆਉਂਦੀ। ਫਿਰ ਸਾਰੇ ਮੈਨੂੰ ਤਸੱਲੀ ਦਿੰਦੇ। ਦਿਨਾਂ ਵਿੱਚ 7 ਵਿਸਾਖ ਆ ਗਈ। ਬਰਾਤ ਬੂਹੇ 'ਤੇ ਆ ਖਲੋਤੀ। ਮੈਨੂੰ ਮੇਰੀ ਮਾਂ ਦਾ ਹੀ ਵਿਆਹ ਵਾਲਾ ਸੂਟ ਵਿਆਹ ਵਾਲੇ ਦਿਨ ਪਾਉਣ ਲਈ ਦਾਦੀ ਨੇ ਦਿੱਤਾ। ਮਾਂ ਦਾ ਸੂਟ ਪਾ ਕੇ ਮੈਨੂੰ ਇੰਝ ਲੱਗਿਆ ਮਾਂ ਮੇਰੇ ਨਾਲ ਹੀ ਹੋਵੇ। ਬਰਾਤ ਚਾਹ ਪੀ ਕੇ ਗੁਰਦੁਆਰਾ ਸਾਹਿਬ ਚਲੀ ਗਈ। ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਭਾਈ ਜੀ 4 ਲਾਵਾਂ ਪੜ੍ਹੀਆਂ। ਮੈਨੂੰ ਪੱਲਾ ਮੇਰੇ ਬਾਪ ਨੇ ਫੜਾਇਆ, ਜਿਸ ਨੇ ਮੇਰੇ ਪੈਦਾ ਹੋਣ ਤੋਂ ਬਾਅਦ ਹੁਣ ਤੱਕ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਸੀ। ਲਾਵਾਂ ਤੋਂ ਰੋਟੀ ਖਾ ਕੇ ਡੋਲੀ ਤੋਰਨ ਦੀ ਰਸਮ ਹੋਣ ਲੱਗੀ। ਮੇਰੇ ਲਈ ਕਿਸੇ ਦੀ ਅੱਖ ਵਿੱਚੋਂ ਕੀ ਹੰਝੂ ਨਿਕਲਣਾ ਸੀ। ਬਸ ਇੱਕ ਕਾਕਾ ਸੀ ਜੋ ਮੇਰੇ ਗਲ ਲੱਗ ਕੇ ਰੋ ਪਿਆ ਤੇ ਇੱਕ ਦਾਦੇ ਨੇ ਸਿਰ ਤੇ ਪਿਆਰ ਨਾਲ
ਹੱਥ ਰੱਖ ਦਿੱਤਾ। ਇੱਕ ਮਾਂ ਤੋਂ ਬਿਨਾਂ ਧੀ ਦਾ ਦੁੱਖ ਹੋਰ ਕੋਈ ਨਹੀਂ ਜਾਣ ਸਕਦਾ। ਮਾਂ ਦੀ ਲੋੜ ਹਰ ਸਮੇਂ ਪੈਂਦੀ ਹੈ। ਧੀ ਦੇ ਜਨਮ ਤੋਂ ਲੈ ਕੇ ਵਿਆਹ ਤੱਕ ਇੱਕ ਮਾਂ ਨੂੰ ਹੀ ਫਿਕਰ ਹੁੰਦਾ ਹੈ, ਜੋ ਸਭ ਕੁਝ ਆਪਣੇ 'ਤੇ ਸਹਿਣ ਕਰਨ ਤੋਂ ਬਾਅਦ ਆਪਣੀ ਧੀ ਦਾ ਵਰ ਚੰਗਾ ਤੇ ਸਹੁਰਾ ਘਰ ਭਲਾ ਲੋਚਦੀ ਹੈ, ਕਿਉਂਕਿ ਮਾਂ ਨੇ ਆਪਣੇ 'ਤੇ ਇਹ ਹੋਣ ਵਾਲੇ ਸ਼ੋਸ਼ਣ ਨੂੰ ਹੰਢਾਇਆ ਹੁੰਦਾ ਹੈ। ਪਰ ਮੇਰੀ ਮਾਂ ਤਾਂ ਮੈਨੂੰ ਛੱਡ ਕੇ ਹਮੇਸ਼ਾ ਲਈ ਚਲੀ ਗਈ ਸੀ। ਬਾਕੀ ਅਗਲੇ ਭਾਗ ਵਿੱਚ।